ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਖਾਸ ਅਪਡੇਟਸ ਦਾ ਇਹ ਖਾਸ ਪ੍ਰੋਗਰਾਮ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਵਿਚਕਾਰ ਬਰਕਰਾਰ ਰੇੜਕੇ ਦੇ ਵਿੱਚ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਨੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਆਉਣ ਵਾਲੇ ਦਿਨਾਂ ਦੇ ਲਈ ਕੀਤੇ ਨੇ, ਜਿਸ ਦੇ ਵਿੱਚ ਵੱਖੋ ਵੱਖਰੇ ਪ੍ਰੋਗਰਾਮ ਨੇ ਜਿਹੜੇ ਉਹ ਕਿਸਾਨਾਂ ਦੇ ਵੱਲੋਂ ਦਿੱਤੇ ਗਏ ਨੇ। ਖਾਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੁੰਡਲੀ ਮਾਨੇਸਰ ਪਲਵਲ ਰੋਡ, ਜਿਹਨੂੰ KMP ਕਿਹਾ ਜਾਂਦਾ ਹੈ, ਉਸ ਰੋਡ ਨੂੰ ਵੀ 4 ਘੰਟੇ ਤੋਂ 6 ਘੰਟੇ ਤੱਕ ਲਈ ਜਾਮ ਕੀਤਾ ਜਾਣਾ ਹੈ, ਜਿਸ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਹੈ ਤੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਸੰਬੋਧਨ ਕੀਤਾ ਗਿਆ। ਕੀ ਕੁਝ ਕਹਿ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸੁਣਦੇ ਹਾਂ। ਅੱਜ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ, ਔਰ ਉਸ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਨੇ। ਜਿਵੇਂ ਇੱਕ ਤਾਂ ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਕਿ 6 ਤਰੀਕ ਨੂੰ 5 ਘੰਟੇ ਦੇ ਲਈ KMP ਰੋਡ ਹੈ ਜਿਹੜੀ, ਇਹ ਸੜਕ ਨੂੰ ਜਾਮ ਕੀਤਾ ਜਾਣਾ। ਔਰ ਇਹ ਸੜਕ ਨੂੰ ਜਾਮ ਕਰਨ ਦਾ ਜਿਹੜਾ ਮੁੱਖ ਕਾਰਨ ਹੈ ਕਿ ਇੱਕ ਸਰਕਾਰ ਨੂੰ ਇੱਕ ਤਰ੍ਹਾਂ ਦਾ ਸੰਦੇਸ਼ਾ ਦੇਣਾ ਹੈ ਕਿ ਅਗਰ ਸਰਕਾਰ ਨੇ ਸ਼ਾਂਤਮਈ ਬੈਠੇ ਕਿਸਾਨਾਂ ਦੀ ਇਹ ਗੱਲ ਦੀ ਸੁਣਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ, ਅਗਲੇ ਜਿਹੜੇ ਪ੍ਰੋਗਰਾਮ ਹੋਰ ਵੀ ਇਸ ਤੋਂ ਵੀ ਤਿੱਖੇ ਤੇ ਤੇਜ਼ ਹੋ ਸਕਦੇ ਆ। ਸੋ ਇਹ ਸੁਨੇਹਾ ਦੇਣ ਵਾਸਤੇ ਆਪਾਂ 5 ਘੰਟਿਆਂ ਦੇ ਲਈ KMP ਜਾਮ ਕਰਨੀ ਹੈ। ਨਾਲ ਉਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਹੈ ਕਿ ਅਸੀਂ ਸਾਡੇ ਜਿਹੜੇ ਪਰਿਵਾਰ ਨੇ, ਔਰਤ ਦਾ ਬਹੁਤ ਵੱਡਾ ਯੋਗਦਾਨ ਹੈ ਮੁੱਢ ਲਾ ਤੋਂ ਖੇਤੀ ਦੇ ਵਿੱਚ, ਔਰ ਅੱਜ ਜਦੋਂ ਖੇਤੀ ਦੇ ਬਚਾਉਣ ਦੀ ਗੱਲ ਆਉਂਦੀ ਹੈ ਤੇ ਉਸ ਵੇਲੇ ਫਿਰ ਲੋੜ ਮਹਿਸੂਸ ਹੁੰਦੀ ਹੈ ਕਿ ਸਾਡੀਆਂ ਭੈਣਾਂ, ਸਾਡੀਆਂ ਧੀਆਂ, ਸਾਡੀਆਂ ਬੇਟੀਆਂ, ਸਾਡੀਆਂ ਮਾਤਾਵਾਂ ਇਸ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ, ਕਿਉਂਕਿ 8 ਤਰੀਕ ਨੂੰ ਇਹ ਮਹਿਲਾਵਾਂ ਦਾ, ਔਰਤਾਂ ਦਾ, ਬੀਬੀਆਂ ਦਾ ਜਿਹੜਾ ਦਿਨ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਅੰਦਰ, ਉਹਦੇ ਵਿੱਚ ਸਾਡਾ ਇੱਕੋ ਹੀ ਸਭ ਤੋਂ ਵਧੀਆ ਤਰੀਕਾ ਹੈ ਦਿਨ ਮਨਾਉਣ ਦਾ ਕਿ ਅਸੀਂ ਜਿਸ ਤਰ੍ਹਾਂ ਸਾਡੀਆਂ ਭੈਣਾਂ ਦਾ, ਸਾਡੀ ਖੇਤੀ ਨੂੰ ਕਰਨ ਦੇ ਵਿੱਚ, ਇਸ ਰੁਜ਼ਗਾਰ ਨੂੰ ਕਰਨ ਦੇ ਵਿੱਚ ਜਿਸ ਤਰ੍ਹਾਂ ਦਾ ਹਿੱਸੇਦਾਰੀ ਹੈ, ਉਸੇ ਤਰ੍ਹਾਂ ਦੀ ਹਿੱਸੇਦਾਰੀ ਇਸ ਰੁਜ਼ਗਾਰ ਨੂੰ ਜਿਉਂਦਿਆਂ ਰੱਖਣ ਦੇ ਲਈ, ਪਾਉਣ ਦੇ ਲਈ ਆਪਾਂ ਸਾਡੀਆਂ ਭੈਣਾਂ ਨੇ ਕੋਸ਼ਿਸ਼ ਕਰਨੀ ਹੈ ਕਿ 8 ਤਰੀਕ ਨੂੰ ਆਪਾਂ ਦਿੱਲੀ ਦੇ ਸਾਰੇ ਹੀ ਬਾਰਡਰ ਹੈ, ਜਿਹੜੇ ਸਿੰਘੂ ਬਾਰਡਰ ਹੈ, ਟਿਕਰੀ ਬਾਰਡਰ ਹੈ, ਜਾਂ ਜਿਹੜਾ ਪਲਵਲ ਬਾਰਡਰ ਹੈ, ਜਾਂ ਗਾਜ਼ੀਪੁਰ ਬਾਰਡਰ ਹੈ, ਇਹਨਾਂ ਬਾਰਡਰਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ, ਸਾਡੇ ਪਰਿਵਾਰ, ਸਾਡੀਆਂ ਬੀਬੀਆਂ ਪਹੁੰਚ ਕੇ ਹਾਜ਼ਰੀ ਲਵਾਉਣ, ਤਾਂ ਕਿ ਉਹ ਦਿਨ ਸਾਰਾ ਹੋਣਾ ਵੀ, ਸਟੇਜ ਵੀ ਬੀਬੀਆਂ ਨੇ ਚਲਾਉਣੀ ਹੈ ਤੇ ਸਾਰਾ ਪ੍ਰਬੰਧ ਵੀ ਬੀਬੀਆਂ ਦਾ ਹੋਏਗਾ ਉਸ ਦਿਨ। ਉਧਰ ਅੱਜ ਦਾ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਵੀ ਹੰਗਾਮਿਆਂ ਦੀ ਭੇਟ ਚੜਿਆ ਹੈ। ਅੱਜ ਵੀ ਲਗਾਤਾਰ ਪੂਰਾ ਦਿਨ ਹੰਗਾਮੇ ਰਹੇ ਨੇ। ਵਿਰੋਧੀ ਧਿਰਾਂ ਦੇ ਵੱਲੋਂ ਵਾਕਆਊਟ ਕੀਤਾ ਗਿਆ ਹੈ। ਦੱਸ ਦਈਏ ਕਿ ਖਾਸ ਤੌਰ ਦੇ ਉੱਤੇ ਵਿਰੋਧੀ ਧਿਰਾਂ ਪਹਿਲਾਂ ਹੀ ਤਿਆਰੀ ਕਰਕੇ ਗਈਆਂ ਸਨ, ਜਿਸ ਤਰ੍ਹਾਂ ਹਰ ਰੋਜ਼ ਵਿਰੋਧੀ ਧਿਰਾਂ ਦੀ ਸੱਤਾ ਧਿਰ ਨੂੰ ਘੇਰਨ ਦੇ ਲਈ ਤਿਆਰੀ ਹੁੰਦੀ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਗੀਆਂ ਬਿਜਲੀ ਦਰਾਂ ਨੂੰ ਲੈ ਕੇ ਪਹਿਲਾਂ ਹੀ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ। MLA ਹੋਸਟਲ ਤੋਂ ਵਿਧਾਨ ਸਭਾ ਦੇ ਤੱਕ ਸਾਰੇ ਵਿਧਾਇਕ ਪੈਦਲ ਮਾਰਚ ਕਰਦੇ ਵਿਖਾਈ ਦਿੱਤੇ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਸੀ, ਜਿਨ੍ਹਾਂ ਦੇ ਵਿੱਚ ਪੁਰਾਣੇ ਬਿਜਲੀ ਬਿੱਲ ਸਮਝੌਤਿਆਂ ਨੂੰ ਰੱਦ ਕਰਨ ਦੀ ਮੰਗ ਸੀ। ਇਸ ਦੇ ਨਾਲ ਹੀ ਗੱਲ ਅਕਾਲੀ ਦਲ ਦੀ ਕਰੀਏ ਤਾਂ ਅਕਾਲੀ ਦਲ ਵੀ ਪ੍ਰਦਰਸ਼ਨ ਕਰਦਾ ਵਿਖਿਆ। ਅਕਾਲੀ ਦਲ ਨੇ ਕਰਮਚਾਰੀਆਂ ਦੇ ਮੁੱਦੇ ਨੂੰ ਵੀ ਕਾਫੀ ਚੁੱਕ ਕੇ ਰੱਖਿਆ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਕਰਮਚਾਰੀਆਂ ਦੇ ਨਾਲ 4 ਸਾਲਾਂ ਦੇ ਵਿੱਚ ਧੱਕਾ ਹੋਇਆ। ਇਸ ਨੂੰ ਲੈ ਕੇ ਵੱਖੋ ਵੱਖਰੇ ਪ੍ਰਦਰਸ਼ਨ ਰਹੇ ਨੇ। ਅਕਾਲੀ ਦਲ ਨੇ ਪੁਤਲਾ ਫੂਕ ਪ੍ਰਦਰਸ਼ਨ ਵੀ ਕੀਤਾ ਹੈ ਤੇ ਜੰਮ ਕੇ ਨਾਅਰੇਬਾਜ਼ੀ ਵੀ ਇਸ ਮੌਕੇ ਦੇ ਉੱਤੇ ਸੱਤਾ ਧਿਰ ਤੇ ਹੋਈ ਹੋਈ ਆ। ਉਧਰ ਸੱਤਾ ਧਿਰ ਦੀ ਗੱਲ ਕਰੀਏ, ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀਆਂ ਦੇ ਕੋਲ ਸਾਨੂੰ ਘੇਰਨ ਦੇ ਲਈ ਕੋਈ ਵੀ ਮੁੱਦਾ ਨਹੀਂ ਹੈ, ਇਸ ਕਰਕੇ ਵਿਰੋਧੀ ਲਗਾਤਾਰ ਨਵੀਆਂ ਚਾਲਾਂ ਦੇ ਵਿੱਚ ਚੱਲਦੇ ਪਏ ਨੇ। ਸਭ ਤੋਂ ਪਹਿਲਾਂ ਵਿਕਰਮ ਮਜੀਠੀਆ ਦੀ ਗੱਲਬਾਤ ਸੁਣਾਉਂਦੇ ਹਾਂ। ਵਿਕਰਮ ਮਜੀਠੀਆ ਨੇ ਪੁਤਲਾ ਫੂਕ ਪ੍ਰਦਰਸ਼ਨ ਕਰਨ ਤੋਂ ਬਾਅਦ ਕੈਪਟਨ ਸਰਕਾਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ। ਮੁਲਾਜ਼ਮਾਂ ਦੇ ਮੁੱਦਿਆਂ ਨੂੰ ਲੈ ਕੇ ਅੱਜ ਸਰਕਾਰ ਨੂੰ ਅਸੀਂ ਘੇਰਨਾ ਹੈ। ਦੇਖੋ, ਇਸ ਸਰਕਾਰ ਦਾ 2017 ਦਾ ਜਿਹੜਾ ਵੱਡਾ ਵਾਅਦਾ ਸੀ, ਸਭ ਤੋਂ ਪਹਿਲਾ ਵਾਅਦਾ ਸੀਗਾ ਕਿ ਕੰਟਰੈਕਚੁਅਲ EMPLOYEES ਨੂੰ ਪੱਕੇ ਕਰਾਂਗੇ, ਕੱਚੇ ਨੂੰ ਪੱਕੇ। ਪਹਿਲੀ ਕੈਬਨਿਟ 'ਚ ਕਿੰਨੀਆਂ ਕੈਬਨਿਟ ਲੰਘ ਗਈਆਂ, ਇੱਕ ਬੰਦੇ ਨੂੰ ਵੀ ਪੱਕਾ ਨਹੀਂ ਕੀਤਾ। ਉਲਟਾ ਪੋਸਟਾਂ ਖਤਮ ਕਰਨੀਆਂ ਸ਼ੁਰੂ ਕਰਤੀਆਂ ਨੇ। ਦੂਜਾ ਵਾਅਦਾ ਕੀਤਾ ਸੀ ਕਿ ਜਿਹੜਾ ਪੇ ਸਕੇਲ ਦੀ ਗੱਲ ਸੀ, ਪੇ ਕਮਿਸ਼ਨ ਦੀ, ਪੇ ਕਮਿਸ਼ਨ ਅੱਜ ਤੱਕ ਨਹੀਂ ਲਾਗੂ ਹੋਇਆ। ਪੇ ਕਮਿਸ਼ਨ ਦੀਆਂ 100 ਤੋਂ ਵੱਧ ਡਰਾਮੇ ਕਰਤੇ ਮੀਟਿੰਗਾਂ ਦੇ। ਕੀ ਇਹ ਜਿਹਾ ਫੈਸਲਾ ਕਰਨਾ ਚਾਹੁੰਦੇ, ਦੇਣਾ ਹੀ ਨਹੀਂ ਚਾਹੁੰਦੇ।
फिर पंजाब पे स्केल ख़त्म करके सेंट्रल पे स्केल लागू करना, टीए डीए अरेयर्स, एडा ਵੱਡਾ ਧੋਖਾ ਧੱਕਾ ਤੇ ਫਰਾਡ। ਉਹ ਭਰਾਵਾ ਸਾਡੀ ਸਰਕਾਰ ਵੇਲੇ ਨਾ ਤੂੰ ਰੇਟ ਕੱਢ ਲੈ, ਆਪਦੇ ਬਿਜਲੀ ਦਾ ਰੇਟ ਕੱਢ ਲਈ, ਉਦੋਂ ਸੀਗਾ 5 ਰੁਪਏ, ਹੁਣ ਕਰਤਾ ਇਹਨਾਂ ਨੇ 9 9.5 ਰੁਪਏ। ਔਰ ਜਿਹੜੇ ਰਲ ਕੇ ਕੇਸ ਹਰੇ ਆ ਨਾ ਉਹਨਾਂ ਦਾ ਵੀ ਪਰਦਾਫਾਸ਼ ਕਰਾਂਗੇ, ਅਸੀਂ ਵੀ ਕਰਾਂਗੇ। ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਵਿਧਾਨ ਸਭਾ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ ਗਿਆ ਸੀ। ਉਹਨਾਂ ਦਾ ਕਹਿਣਾ ਸੀ ਕਿ ਬਿਜਲੀ ਜਿਹੜੇ ਸਮਝੌਤੇ ਹੋਏ ਇਹਨਾਂ ਨੂੰ ਰੱਦ ਕੀਤਾ ਜਾਣਾ ਹੈ, ਜਿਸ ਨੂੰ ਲੈ ਕੇ ਉਹਨਾਂ ਦੀ ਸਹਿਮਤੀ ਜਦੋਂ ਨਹੀਂ ਬਣੀ ਤਾਂ ਉਹਨਾਂ ਨੇ ਸਦਨ ਦੇ ਵਿੱਚੋਂ ਵਾਕਆਊਟ ਕੀਤਾ। ਸਭ ਤੋਂ ਵੱਡੀ ਗੱਲ ਕੀ ਹੈ ਕਿ ਅੱਜ ਅਸੀਂ ਸਾਡੇ ਮਾਨਯੋਗ ਐਮਐਲਏ ਸਾਹਿਬਾਨ ਅਮਨ ਅਰੋੜਾ ਜੀ ਨੇ ਇੱਕ ਕਾਲ ਅਟੈਂਸ਼ਨ ਮੋਸ਼ਨ ਤੇ ਇੱਕ ਪ੍ਰਾਈਵੇਟ ਬਿੱਲ ਲਾਇਆ ਸੀਗਾ ਕਿ ਜਿਹੜੇ ਐਗਰੀਮੈਂਟ ਜਿਨ੍ਹਾਂ ਦਾ ਵਾਅਦਾ 2017 ਦੇ ਚੋਣ ਮੈਨੀਫੈਸਟੋ ਦੇ ਵਿੱਚ ਕੈਪਟਨ ਸਾਹਿਬ ਨੇ ਕੀਤਾ ਸੀਗਾ, ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀ, ਕਾਂਗਰਸ ਨੇ ਕੀਤਾ ਸੀਗਾ ਕਿ ਜਦੋਂ ਅਸੀਂ ਸੱਤਾ 'ਚ ਆਵਾਂਗੇ ਤਾਂ ਆਉਣ ਸਾਰ ਜਿਹੜੇ ਪਾਵਰ ਪਰਚੇਜ ਐਗਰੀਮੈਂਟ ਪ੍ਰਾਈਵੇਟ ਕੰਪਨੀਆਂ ਦੇ ਨਾਲ ਪੁਰਾਣੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ ਕੀਤੇ ਨੇਗੇ, ਉਹ ਸਾਰੇ ਰੱਦ ਕਰਾਂਗੇ, ਰਿਵਿਊ ਕਰਾਂਗੇ, ਖਤਮ ਕਰਾਂਗੇ। ਪਿਛਲੀ ਵਿਧਾਨ ਸਭਾ ਦੇ ਵਿੱਚ ਤੁਸੀਂ ਬਹੁਤ ਸਾਰੇ ਤੁਹਾਡੇ ਨੌਜਵਾਨ ਸਾਥੀ ਜਿਹੜੇ ਵਿਧਾਨ ਸਭਾ ਕਵਰ ਕਰ ਰਹੇ ਸੀਗੇ, ਉਹਨਾਂ ਨੇ ਦੇਖਿਆ ਕਿ ਕੈਪਟਨ ਸਾਹਿਬ ਇੱਕ ਕਿਤਾਬ ਲੈ ਕੇ ਆਉਂਦੇ ਨੇਗੇ, ਕਿਤਾਬ ਲੈ ਕੇ ਆ ਕੇ ਸੈਸ਼ਨ ਦੇ ਵਿੱਚ ਕਹਿੰਦੇ ਨੇ ਕਿ ਮੈਂ ਵਾਈਟ ਪੇਪਰ ਤਿਆਰ ਕਰ ਲਿਆ। ਇਹ ਵਾਈਟ ਪੇਪਰ ਜਿਹੜਾ ਹੈਗਾ ਮੈਂ ਅਗਲੇ ਸੈਸ਼ਨ ਤੇ ਜਿਹੜਾ ਹੈਗਾ ਪੜ੍ਹ ਕੇ ਸੁਣਾਉਂਗਾ, ਕਿਉਂਕਿ ਮੇਰੇ ਕੋਲੇ ਪੜ੍ਹਨ ਦਾ ਸਮਾਂ ਨਹੀਂ ਸੀਗਾ। ਚਲੋ ਅਸੀਂ ਕਿਹਾ ਵੀ ਠੀਕ ਆ ਸੁਣਾ ਦਿਓ, ਪਰ ਲੇਕਿਨ ਸਾਲ ਲੰਘ ਗਿਆ, ਉਹ ਵਾਈਟ ਪੇਪਰ ਪਤਾ ਨਹੀਂ ਕੈਪਟਨ ਸਾਹਿਬ ਨੇ ਕਿਉਂ ਲੁਕੋ ਲਿਆ। ਅਸੀਂ ਪਿਛਲੇ 4 ਸਾਲਾਂ ਤੋਂ ਇਹ ਮੁੱਦਾ ਚੱਕਦੇ ਆ ਰਹੇ, ਔਰ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਦਾ ਵਾਅਦਾ ਸੀਗਾ ਕਿ ਜਦੋਂ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ, ਇਹ ਜਿਹੜੇ 3 ਪ੍ਰਾਈਵੇਟ ਥਰਮਲ ਪਾਵਰ ਪਲਾਂਟਸ ਦੇ ਨਾਲ ਪਿਛਲੀ ਸਰਕਾਰ ਨੇ ਐਗਰੀਮੈਂਟ ਕੀਤੇ ਸੀਗੇ ਉਹਨਾਂ ਨੂੰ ਰੱਦ ਕਰਾਂਗੇ ਤਾਂ ਕਿ ਲੋਕਾਂ ਨੂੰ ਮਹਿੰਗੇ ਬਿਜਲੀ ਦੇ ਬਿੱਲਾਂ ਤੋਂ ਰਾਹਤ ਦਿੱਤੀ ਜਾ ਸਕੇ। ਪਰ ਜਦੋਂ ਦੀ ਸਰਕਾਰ ਬਣੀ ਹੈ ਕੰਨਾਂ ਤੇ ਜੂ ਨਹੀਂ ਸਰਕ ਰਹੀ ਹੈਗੀ। ਅਸੀਂ ਵਾਰ-ਵਾਰ ਪ੍ਰਾਈਵੇਟ ਮੈਂਬਰ ਬਿੱਲ, ਕਾਲ ਅਟੈਂਸ਼ਨ ਮੋਸ਼ਨ ਮਤੇ ਨੇ ਜਿਹੜੇ ਲੈ ਕੇ ਆ ਚੁੱਕੇ, ਪਰ ਹਰ ਵਾਰੀ ਰੱਦ ਕਰ ਦਿੰਦੇ ਨੇ। ਅੱਜ ਵੀ ਮੈਂ ਇਸ ਇੰਪੋਰਟੈਂਟ ਇਸ਼ੂ ਦੇ ਉੱਪਰ 3 ਚੀਜ਼ਾਂ ਲਾਈਆਂ ਸੀਗੀਆਂ। ਕਾਲ ਅਟੈਂਸ਼ਨ ਮੋਸ਼ਨ ਕਹਿ ਕੇ ਰੱਦ ਕਰਤਾ ਕਿ ਇਹ ਮਸਲਾ ਤਾਜ਼ਾ ਨਹੀਂ ਹੈ, ਪ੍ਰਾਈਵੇਟ ਮੈਂਬਰ ਬਿੱਲ ਇਹ ਵੀ ਰਿਜੈਕਟ ਕਰਤਾ, ਔਰ ਕੰਮ ਰੋਕੂ ਪ੍ਰਸਤਾਵ ਇਹ 'ਚ ਵੀ ਇਹੀ ਕਹਿੰਦਾ ਕਿ ਮਸਲਾ ਤਾਜ਼ਾ ਨਹੀਂ ਹੈ। ਅਸੀਂ ਸਪੀਕਰ ਸਾਹਿਬ ਨੂੰ ਇਹੀ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਬਿਜਲੀ ਦਾ ਯੂਨਿਟ ਅੱਜ ਮਚ ਰਿਹਾ ਹੈ ਉਹਦੇ ਵਿੱਚ ਘੱਟੋ ਘੱਟ 3 ਤੋਂ 4 ਰੁਪਏ ਦਾ ਚੂਨਾ ਜਿਹੜਾ ਉਹਨੂੰ ਲੱਗ ਰਿਹਾ ਹੈ। ਇਹ ਤਾਂ ਲੁੱਟ ਕੰਟੀਨਿਊਸਲੀ ਪਿਛਲੇ 10-12 ਸਾਲ ਤੋਂ ਚੱਲ ਰਹੀ ਹੈ ਤੇ ਜਦੋਂ ਤੱਕ ਇਹਨੂੰ ਨੱਥ ਨਹੀਂ ਪਾਈ ਜਾਊਗੀ ਇਹ ਮਸਲਾ ਤਾਂ ਤਾਜ਼ਾ ਹੀ ਰਹੂਗਾ। ਤੇ ਉਧਰ ਰੁਖ ਦਿੱਲੀ ਦੇ ਵੱਲ ਕਰੀਏ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਮ ਲੋਕਾਂ ਨੂੰ ਸੰਬੋਧਨ ਕੀਤਾ ਗਿਆ। ਇਹ ਸੰਬੋਧਨ ਖਾਸ ਤੌਰ ਦੇ ਉੱਤੇ ਦਿੱਲੀ ਦੀ ਜਿੱਤ ਤੋਂ ਬਾਅਦ ਕੀਤਾ ਗਿਆ। ਦੱਸਦੀਏ ਕਿ ਭਾਜਪਾ ਨੂੰ ਕਿਸਾਨੀ ਅੰਦੋਲਨ ਦਾ ਵੱਡਾ ਝਟਕਾ ਦਿੱਲੀ ਦੇ ਵਿੱਚੋਂ ਮਹਿਸੂਸ ਹੋਇਆ, ਕਿਉਂਕਿ ਦਿੱਲੀ ਦੇ ਵਿੱਚ ਨਗਰ ਨਿਗਮ ਦੀਆਂ 5 ਸੀਟਾਂ ਦੇ ਉੱਤੇ ਚੋਣਾਂ ਸੀ ਜਿਨ੍ਹਾਂ ਦੇ ਚੋਣ ਨਤੀਜੇ ਅੱਜ ਆਏ ਨੇ ਤੇ ਉਹਨਾਂ ਚੋਣ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਬਾਜੀ ਮਾਰੀ ਹੈ, ਪਰ ਭਾਜਪਾ ਦੇ ਹੱਥ ਇੱਕ ਵੀ ਸੀਟ ਨਹੀਂ ਲੱਗੀ। ਦਰਅਸਲ ਆਮ ਆਦਮੀ ਪਾਰਟੀ ਨੂੰ 4 ਸੀਟਾਂ ਅਤੇ ਕਾਂਗਰਸ ਨੂੰ 1 ਸੀਟ ਬਰਾਮਦ ਹੋਈ ਹੈ। ਦੱਸਦੀਏ ਕਿ ਖਾਸ ਕਰਕੇ ਜੇਕਰ ਦਿੱਲੀ ਦੇ ਨਗਰ ਨਿਗਮ ਦੀ ਗੱਲ ਹੁੰਦੀ ਹੈ ਤਾਂ ਹੁਣ ਤੱਕ ਉਸ ਦੇ ਉੱਤੇ ਦਬਦਬਾ ਭਾਜਪਾ ਦਾ ਸੀ, ਪਰ ਜਦੋਂ ਆਮ ਆਦਮੀ ਪਾਰਟੀ 4 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰਦੀ ਹੈ ਤਾਂ ਕਿਤੇ ਨਾ ਕਿਤੇ ਇਹ ਭਾਜਪਾ ਦੇ ਲਈ ਵੱਡਾ ਝਟਕਾ ਸਾਬਿਤ ਹੋ ਰਿਹਾ ਹੈ। ਇਸ ਨੂੰ ਲੈ ਕੇ ਖੁਦ ਸੰਬੋਧਨ ਕੀਤਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ उप मुख्यमंत्री मनीष सिसोदिया ने। अरविंद केजरीवाल जी की राजनीति पर इतना भरोसा जताया। मनीष जी, आप शालीमार बाग की सीट जो बीजेपी की थी वो आप लोगों ने छीनी, लेकिन अपनी सीट जो चौहान बांगर थी वो आप हार गए बहुत भारी मार्जिन से। तो राजनीति में ये प्लस माइनस होता है, लेकिन जब 5 में से 4 सीटें जीतते हैं तो हमारे लिए ये बहुत बड़ी जीत है। नगर निगम के चुनाव में क्योंकि वोट भी कम पड़ता है उसका फर्क रहा होगा, लेकिन जिस तरह से लोगों ने 5 में से 4 सीटें देके अरविंद केजरीवाल जी की 6 साल की राजनीति पर भरोसा जताया है और भारतीय जनता पार्टी की 15 साल की राजनीति का सुपड़ा साफ किया है, वो एक बड़ा मैसेज है दिल्ली की जनता की तरफ से। अगले साल होने वाली एमसीडी पर भी अब साफ फर्क डालेगा, जो ये नतीजे जो हैं ये अगले साल होने वाले जाहिर सी बात है। उधर दीप सिद्धू मामले ਦੇ ਵਿੱਚ ਹੁਣ ਸਿਆਸਤ ਬਹੁਤ ਪੱਕੀ ਹੋਈ ਹੈ, ਕਿਉਂਕਿ ਬੀਤੇ ਦਿਨੀ ਬਿਆਨ ਜਦੋਂ ਮਨਜਿੰਦਰ ਸਿੰਘ ਸਿਰਸਾ ਦਾ ਆਉਂਦਾ ਹੈ, ਮਨਜਿੰਦਰ ਸਿਰਸਾ ਨੇ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਦੀਪ ਸਿੱਧੂ ਦੇ ਨਾਲ ਫੋਨ ਤੇ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਹਰ ਜ਼ਰੂਰੀ ਮਦਦ ਦੀਪ ਸਿੱਧੂ ਦੀ ਕੀਤੀ ਜਾਵੇਗੀ। ਪਰ ਇਸ ਤੋਂ ਬਾਅਦ ਸਿਆਸਤ ਇਸ ਕਦਰ ਪੱਕੀ ਕਿ ਵਿਕਰਮ ਮਜੀਠੀਆ ਵੀ ਮਨਜਿੰਦਰ ਸਿਰਸਾ ਦੇ ਬਿਆਨ ਦੇ ਉੱਤੇ ਭਖਦੇ ਨਜ਼ਰ ਆਏ ਤੇ ਉਸ ਤੋਂ ਬਾਅਦ ਵਿਰੋਧੀਆਂ ਨੇ ਭਖਣਾ ਸੁਭਾਵਿਕ ਸੀ, ਕਿਉਂਕਿ ਇਸ ਦੇ ਉੱਤੇ ਰਵਨੀਤ ਬਿੱਟੂ ਦਾ ਵੀ ਪ੍ਰਤੀਕਰਮ ਹੈ। ਰਵਨੀਤ ਬਿੱਟੂ ਨੇ ਇਸ ਦੇ ਉੱਤੇ ਮਨਜਿੰਦਰ ਸਿਰਸਾ ਅਤੇ ਮਜੀਠੀਆ ਦੋਹਾਂ ਦੇ ਉੱਤੇ ਟਿੱਪਣੀ ਕੀਤੀ ਹੈ। ਵਕੀਲ ਆ ਜਿਹੜਾ ਉਹ ਸਿਰਸਾ ਸਾਹਿਬ ਤੁਹਾਨੂੰ ਵੱਧ ਤੋਂ ਵੱਧ ਕਰਨ ਨੂੰ ਤਿਆਰ ਆ ਤੇ ਕੀ ਸੰਬੰਧ ਨੇ ਤੁਹਾਨੂੰ ਮੂਹਰੇ ਆ ਕੇ ਦੱਸੋ। ਤੇ ਅੱਜ ਮਜੀਠੀਆ ਸਾਹਿਬ ਨੇ ਉਹਨਾਂ ਨੇ ਉਦੋਂ ਉੱਤੇ ਆ ਕੇ ਵੀ ਇਹ ਤਾਂ ਬੜੀ ਖਤਰਨਾਕ ਗੱਲ ਹੋ ਗਈ, ਇਹਨੂੰ ਹੋਰ ਕਿਵੇਂ ਟਵਿਸਟ ਦਈਏ। ਉਹਨਾਂ ਨੇ ਅੱਜ ਸਵੇਰੇ ਵਿਧਾਨ ਸਭਾ 'ਚ ਬਿਆਨ ਦੇਤਾ ਵੀ ਨਹੀਂ ਇਹ ਤਾਂ ਭਾਈ
ਬੀਜੇਪੀ ਵਾਲਿਆਂ ਦਾ ਬੰਦਾ ਏ। ਸਿਰਸਾ ਸਾਹਿਬ ਨੇ ਜਿਹੜੇ ਵਕੀਲ ਕੀਤੇ ਆ ਜਾਂ ਕਰਨ ਦੀ ਗੱਲ ਕੀ ਆ, ਉਹ ਬੜੀ ਗਲਤ ਗੱਲ ਕਹੀ ਆ। ਤੇ ਹੁਣ ਇਹਨਾਂ ਦੇ ਇਹ ਦੱਸਣਗੇ ਵੀ ਇਹ 'ਚ ਕੀ ਗਲਤ ਆ ਤੇ ਕੌਣ ਸਹੀ ਆ। ਪਰ ਤੁਸੀਂ ਇਹ ਗੱਲਾਂ ਨੂੰ ਸਮਝੋ, ਈਵੈਂਟਸ ਨੂੰ ਸਮਝੋ, ਕਿਵੇਂ ਕਿਵੇਂ ਇਹ ਡੀਟੀਆਂ ਫਿੱਟ ਹੋਈਆਂ ਏ। ਇਹ ਮੈਂ ਬਾਰ-ਬਾਰ ਇਹ ਕਹਿੰਦਾ ਰਿਹਾ, ਬਾਰ-ਬਾਰ ਮੈਂ ਕਹਿੰਦਾ ਰਿਹਾ, ਪਰ ਮੇਰੀ ਕਿਸੇ ਨੇ ਨਹੀਂ ਮੰਨੀ। ਇਹ ਤਾਂ ਦੀਪ ਸਿੱਧੂ ਦਾ ਐਪੀਸੋਡ ਆ, ਜੇ ਹੋਰ ਖੁੱਲਣੀਆਂ ਤੁਹਾਡੇ ਮੂਹਰੇ ਪਰਤਾਂ ਖੁੱਲਣੀਆਂ। ਹੁਣ ਕੋਈ ਇਹ ਨਹੀਂ ਕਹਿ ਸਕਦਾ ਵੀ ਸਿਰਸਾ ਆਪਣੇ ਆਪ ਕਰ ਰਿਹਾ ਏ। ਉਹਨਾਂ ਨੇ ਇਹ ਕਿਹਾ ਔਨ ਰਿਕਾਰਡ ਵੀ ਮੈਨੂੰ 2 ਵਾਰ ਉਹਦੇ ਨਾਲ ਗੱਲ ਹੋਈ, ਦੀਪ ਸਿੱਧੂ ਨਾਲ 2 ਵਾਰ ਮੇਰੀ ਉਹਦੇ ਭਰਾ ਨਾਲ ਗੱਲ ਹੋਈ। ਜਦੋਂ ਆਪ ਅਕਾਲੀ ਦਲ ਦੇ ਪ੍ਰਧਾਨ ਤੋਂ ਵਕੀਲ ਮੰਗ ਰਹੇ ਆ ਤੇ ਇਹਦਾ ਅੰਦਾਜ਼ਾ ਹੁਣ ਤੁਸੀਂ ਆਪ ਲਾ ਲਓ। ਤੇ ਮਜੀਠੀਆ ਸਾਹਿਬ ਉਹ ਕਹਿ ਰਿਹਾ ਨਹੀਂ ਜੀ ਇਹ ਤਾਂ ਬੀਜੇਪੀ ਵਾਲੇ ਆ। ਉਹਨਾਂ ਦਾ ਸਿਰਸਾ ਸਾਹਿਬ ਹੁਣ ਇਹ ਫੈਸਲਾ ਕਰਨਗੇ ਵੀ ਇਹ ਸਭ ਇਕੱਠੇ ਕਿਵੇਂ ਨੇ। ਹੁਣ ਮੈਂ ਸਾਰੀਆਂ ਗੱਲਾਂ ਕਲੀਅਰ ਕਰਤੀਆਂ, ਤੁਹਾਨੂੰ ਹੋਰ ਪੜਦੇ ਖੁੱਲਣਗੇ ਅੱਗੇ ਵੀ ਕਿਵੇਂ ਅੱਜ ਐਜੀਟੇਸ਼ਨ ਜਿਹੜਾ ਸਾਡੀਆਂ ਸਿੰਪਲ ਮਾਵਾਂ ਧੀਆਂ ਭੈਣਾਂ ਭਰਾਵਾਂ ਦਾ ਸੀ ਉਹ ਖੰਡਾ ਕੇ ਰੱਖਤਾ। ਅੱਜ ਐਜੀਟੇਸ਼ਨ ਦੁਬਾਰਾ ਥੱਲੇ ਲਾ ਕੇ ਰੱਖਤਾ। ਅਸੀਂ ਉਸੇ ਝੁੱਗੀ 'ਚ ਬੈਠੇ ਆ 90 ਦਿਨ ਹੋ ਚੱਲੇ। ਇਹ ਸਾਨੂੰ ਪਤਾ ਹੈ ਨਾ, ਜਿਹੜੇ ਬੈਠੇ ਆ ਪਿੰਡੇ ਤੇ ਹੰਡਾਰੇ ਆ ਬੱਚੇ ਆ, ਛੋਟੇ ਬੱਚੇ ਬੱਚੀਆਂ ਇਸ ਵੇਲੇ ਆ ਠੀਕਰੀ ਤੋਂ ਆਏ ਬੈਠੇ ਆ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਾ ਹੀ, ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।